ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਉਪਰੰਤ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਸੱਚਾ ਸੇਵੀ ਸਚ ਸਲਾਹੀ, ਸਚੈ ਨਾਏ ਦੁਖ ਕਬਹੀ ਨਾਹੀ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਓ ਵਾਰੀ ਜੀਓ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਓ ਵਾਰੀ ਜੀਓ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 122 ਉੱਪਰ ਸੁਭਾਏਮਾਨ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਤੀਜਾ। ਸੱਚਾ ਸੇਵੀ ਸਚ ਸਲਾਹੀ, ਸਚੈ ਨਾਏ ਦੁਖ ਕਬਹੀ ਨਾਹੀ। ਸੱਚਾ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਵੀ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਵੀ ਸੱਚ ਹੋਵੇ ਤਾਂ ਸੱਚ ਪਾਈ ਹੈ। ਦੋ ਵਾਰ ਲਿਖਿਆ ਬਚਨ ਇਹ, ਸੱਚ ਹੋਵੇ ਤਾਂ ਸੱਚ ਪਾਈ ਹੈ। ਵੀ ਅੰਦਰ ਵੀ ਸੱਚ ਹੋਵੇ ਅਤੇ ਫਿਰ ਹੀ ਉਹ ਸੱਚੇ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੈ। ਜਿਹੋ ਜਿਹੇ ਸਾਡੇ ਖਿਆਲ, ਜਿਹੋ ਜਿਹਾ ਸਾਡਾ ਸੁਭਾਅ, ਸੁਰਤ ਸੋਚ ਹੁੰਦੀ ਹੈ, ਸਾਨੂੰ ਉਹੋ ਜਿਹੀ ਸੰਗਤ ਮਿਲਦੀ ਹੈ। ਹਰ ਕਾ ਸੇਵਕ ਸੋ ਹਰਿ ਜੀਅ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਨੂੰ ਜਪਿਆ ਉਹ ਨਿਰਭਉ ਹੋ ਗਏ, ਉਹਨਾਂ ਦੇ ਭਉ ਖਤਮ ਹੋ ਗਏ। ਜਿਨ੍ਹਾਂ ਨੇ ਸੱਚੇ ਨੂੰ ਸਿਮਰਿਆ ਉਹ ਵੀ ਸੱਚੇ ਹੋ ਗਏ, ਸੱਚ 'ਤੇ ਚੱਲ ਪਏ। ਉਹਨਾਂ ਦਾ ਜੀਵਨ ਸੱਚ 'ਤੇ ਚੱਲਿਆ ਅਤੇ ਉਹਨਾਂ ਨੇ ਆਪਣੇ ਜੀਵਨ ਵਿੱਚ ਸੱਚ ਨੂੰ ਹੀ ਵਰਤਿਆ। ਸੱਚ ਦੇ ਨਾਲ ਖੜ੍ਹੇ, ਸੱਚ ਬੋਲੇ, ਸੱਚ ਦੇ ਮਾਰਗ 'ਤੇ ਚੱਲੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸੱਚ ਪ੍ਰਾਪਤ ਹੁੰਦਾ ਅਤੇ ਸੱਚ ਵਿੱਚ ਹੀ ਸੁੱਖ ਆ। ਕਿਸੇ ਇੱਕ ਝੂਠ ਨੂੰ ਬੋਲ ਕੇ ਉਹਨੂੰ ਲੁਕਾਉਣ ਵਾਸਤੇ ਮਨੁੱਖ ਦੇ ਅੰਦਰ ਚਿੰਤਾ ਬਣੀ ਰਹਿੰਦੀ ਹੈ ਕਿਤੇ ਪ੍ਰਗਟ ਨਾ ਹੋ ਜਾਵੇ। ਪਰ ਸੱਚ ਦੇ ਪ੍ਰਗਟ ਹੋਣ ਦਾ ਕੋਈ ਖਤਰਾ ਨਹੀਂ, ਕਿਉਂਕਿ ਸੱਚ ਦੇ ਉੱਤੇ ਕੋਈ ਖਤਰਾ ਹੀ ਨਹੀਂ। ਜਦੋਂ ਮਨੁੱਖ ਆਪਣੇ ਜੀਵਨ ਵਿੱਚ ਸੱਚ ਧਾਰਨ ਕਰ ਲੈਂਦਾ, ਉਹਦੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ। ਇੱਥੋਂ ਤੱਕ ਕਿ ਉਸ ਦਾ ਮੌਤ ਦਾ ਡਰ ਵੀ ਚੱਕਿਆ ਜਾਂਦਾ, ਭਾਵੇਂ ਉਹ ਪਿਛਲੇ ਸਮਿਆਂ ਦੇ ਗੁਰਮਤਿ ਮੁਤਾਬਕ ਚੱਲਣ ਵਾਲੇ ਸਿੰਘ, ਜਿਨ੍ਹਾਂ ਦਾ ਮੌਤ ਦਾ ਡਰ ਵੀ ਖਤਮ ਕਰ ਦਿੱਤਾ ਸਤਿਗੁਰਾਂ ਨੇ। ਐਸੇ ਸੱਚ ਦਾ ਮਾਰਗ ਦੱਸਿਆ, ਸੱਚ ਨਹੀਂ ਛੱਡਿਆ। ਭਾਵੇਂ ਉਹਨਾਂ ਦੀਆਂ ਸ਼ਹੀਦੀਆਂ ਹੋ ਗਈਆਂ, ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਭਾਈ ਤਾਰੂ, ਹੋਰ ਅਨੇਕਾਂ ਹੀ ਗੁਰਮਤਿ ਤੋਂ ਮਾਰਗ ਦਰਸ਼ਨ ਲੈਣ ਵਾਲੇ ਸ਼ਹੀਦ ਭਗਤ ਸਿੰਘ ਵਰਗੇ, ਸ਼ਹੀਦ ਊਧਮ ਸਿੰਘ ਵਰਗੇ, ਇਹ ਵੀ ਇਸੇ ਕੈਟਾਗਰੀ 'ਚ ਹੀ ਆਉਂਦੇ ਆ। ਉਹਨਾਂ ਨੇ ਵੀ ਸੱਚ ਦਾ ਸਾਥ ਦਿੱਤਾ। ਉਹਨਾਂ ਦੇ ਮਨ ਵਿੱਚ ਵੀ ਚੀਸ ਉੱਠੀ ਕਿ ਇਤਨਾ ਕਤਲੇਆਮ ਹੋਇਆ ਅਤੇ ਊਧਮ ਸਿੰਘ ਜੀ ਨੇ ਜਾ ਕੇ ਉਸ ਨੂੰ ਸਬਕ ਸਿਖਾਇਆ। ਇਹ ਸੱਚ 'ਤੇ ਚੱਲਣ ਵਾਲਿਆਂ ਦੀਆਂ ਨਿਸ਼ਾਨੀਆਂ। ਔਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਉਦਾਸੀਆਂ ਲਗਾ ਕਰਕੇ ਸੱਚ ਦਾ ਹੀ ਵਰਤਾਰਾ ਕੀਤਾ, ਕਿਉਂਕਿ ਉਹ ਆਪ ਦੱਸਦੇ ਹਨ ਆਪਣੀ ਬਾਣੀ ਵਿੱਚ ਕਿ ਕੂੜ ਦੀ ਮੱਸਿਆ ਫੈਲ ਚੁੱਕੀ ਹੈ, ਸੱਚ ਕਿਤੇ ਲੱਭਦਾ ਨਹੀਂ।
ਤੋ ਸੱਚ ਦਾ ਬੀਜ ਬੀਜਣ ਵਾਸਤੇ ਧੰਨ ਗੁਰੂ ਨਾਨਕ ਦੇਵ ਬਣ ਕੇ ਪਰਮੇਸ਼ਰ ਆਏ। ਕੂੜ ਅਮਾਵਸ ਚੰਦਰਮਾ ਦੀਸੈ ਨਾਹੀ, ਕਹਿ ਚੜ੍ਹਿਆ ਹੋਂ ਭਾਲ ਬਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਮੈਂ ਲੱਭ ਰਿਹਾ, ਮੈਨੂੰ ਕਿਤੇ ਸੱਚ ਨਹੀਂ ਲੱਭਦਾ। ਨਾ ਰਾਜਨੀਤੀ ਵਿੱਚ ਸੱਚ ਰਹਿ ਗਿਆ ਸੀ, ਨਾ ਧਰਮ ਦੇ ਮੁਖੀਆਂ ਵਿੱਚ ਸੱਚ ਰਹਿ ਗਿਆ ਸੀ, ਨਾ ਜੋਗੀਆਂ ਵਿੱਚ ਸੱਚ ਰਹਿ ਗਿਆ ਸੀ। ਇਹ ਤਿੰਨੇ ਕੈਟਾਗਰੀਆਂ ਹਨ ਸੰਸਾਰ ਦਾ ਮਾਰਗਦਰਸ਼ਨ ਕਰਨ ਵਾਲੀਆਂ, ਰਾਜੇ, ਧਰਮ ਦੇ ਮੁਖੀ। ਇਹਨਾਂ ਤਿੰਨਾਂ ਦੇ ਵਿੱਚ ਹੀ ਗੁਰੂ ਪਿਆਰਿਓ ਉਸ ਵੇਲੇ ਪਾਤਸ਼ਾਹ ਨੇ ਝੂਠ ਵੇਖਿਆ, ਪਖੰਡ ਵੇਖਿਆ, ਕਰਮਕਾਂਡ ਵੇਖਿਆ। ਰਾਜਨੀਤੀ ਵੀ ਗੰਧਲ ਚੁੱਕੀ ਸੀ ਤਾਂ ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਣ ਬੈਠੇ ਸੁੱਤੇ। ਇਹਨਾਂ ਨੂੰ ਹੁਣ ਜਗਾਉਣਾ ਪੈਣਾ। ਜਾਂ ਇਉਂ ਵੀ ਕਿਹਾ, ਪੰਡਤ ਨਾਵੈ ਜੀਆਂ ਘਾਏ, ਕਾਜੀ ਹੋਏ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਏ। ਕਾਜੀ ਭਾਵ ਰਾਜਨੀਤੀ ਵਾਲੇ, ਜਿਨ੍ਹਾਂ ਨੇ ਨਿਆਂ ਕਰਨਾ ਹੁੰਦਾ। ਮੁਸਲਮਾਨੀ ਮੱਤ ਵਿੱਚ ਕਾਜੀ ਹੁੰਦੇ ਸੀ ਅਤੇ ਉਦੋਂ ਜ਼ਿਆਦਾ ਮੁਸਲਮਾਨਾਂ ਦਾ ਹੀ ਬੋਲਬਾਲਾ ਸੀਗਾ। ਭਾਰਤ ਵਿੱਚ ਵੀ ਮੁਗਲਾਂ ਦਾ ਰਾਜ ਹੋ ਗਿਆ ਸੀ। ਇਸ ਕਰਕੇ ਕਾਜੀ ਸ਼ਬਦ ਇੱਥੇ ਵਰਤੇ ਹੈ। ਅਤੇ ਅੱਜ ਕਾਜੀ ਦੇ ਜਦ ਅਰਥ ਕਰਾਂਗੇ ਤਾਂ ਰਾਜਨੀਤੀ ਦੇ ਅਫਸਰ, ਕੋਈ ਵੀ ਜਿਨ੍ਹਾਂ ਨੇ ਨਿਆਂ ਦੇਣਾ, ਛੋਟੇ ਤੋਂ ਵੱਡੇ ਤੱਕ, ਉਹ ਵੀ ਰਿਸ਼ਵਤ ਲੈ ਕੇ ਸੱਚ ਨੂੰ ਝੂਠ ਬਣਾਉਣ ਲੱਗੇ ਅਤੇ ਝੂਠ ਨੂੰ ਸੱਚ ਕਹਿਣ ਲੱਗੇ। ਕਾਜੀ ਹੋਏ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਏ। ਅਤੇ ਜਿਹੜੇ ਜੋਗੀ ਕੈਟਾਗਰੀ ਸੀ, ਗੋਰਖਨਾਥ ਦੇ ਚੇਲੇ, ਹੋਰ ਅਨੇਕਾਂ ਧਰਮ ਦੇ ਡੇਰੇ। ਇਸ ਤੋਂ ਮਤਲਬ ਹੈ ਹੋਰ ਅਨੇਕਾਂ ਇਹੋ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਧਰਮ ਦੇ ਪੈਰੋਕਾਰ, ਧਰਮ ਦੇ ਮੁਖੀ ਸਮਝਦੇ ਸੀ। ਉਹਨਾਂ ਦੇ ਅੰਦਰ ਵੀ ਧਰਮ ਨਹੀਂ ਸੀ ਰਿਹਾ। ਉਹਨਾਂ ਨੂੰ ਵੀ ਸੱਚ ਦੀ ਜੋਗਤ ਦਾ ਪਤਾ ਹੀ ਨਹੀਂ ਸੀਗਾ। ਕੰਨ ਪਾੜੇ, ਮੁੰਦਰਾਂ ਪਾਤੀਆਂ, ਸਿਰ ਘੋਣ ਮੋਹਣ ਕਰਤਾ, ਜੋਗੀ ਬਣ ਗਿਆ। ਜੋਗੀ ਜੁਗਤ ਨ ਜਾਣੇ ਅੰਧ। ਇਹਨਾਂ ਜੋਗੀਆਂ ਨੂੰ ਵੀ ਅਗਿਆਨਤਾ ਕਰਕੇ ਅਸਲੀਅਤ ਦਾ ਪਤਾ ਨਹੀਂ ਸੀ ਕਿ ਸੱਚ ਕੀ ਹੈ। ਤਿੰਨੇ ਉਜਾੜੇ ਕਾ ਬੰਧ, ਇਹ ਤਿੰਨੇ ਹੀ ਸੰਸਾਰ ਨੂੰ ਉਜਾੜਨ 'ਤੇ ਲੱਗੇ ਹੋਏ ਸੀ। ਅੱਜ ਵੀ ਆਪਾਂ ਦੇਖਦੇ ਹਾਂ ਰਾਜਨੀਤੀ ਵੀ ਗੰਧਲੀ ਪਈ ਆ। ਧਰਮ ਦੇ ਮੁਖੀ ਵੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਹਨ, ਬਹੁਤ ਸਾਰੇ ਉਹ ਲਾਲਚੀ ਹੋ ਚੁੱਕੇ ਨੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਸੱਚ 'ਤੇ ਜ਼ੋਰ ਦਿੱਤਾ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੱਚ 'ਤੇ ਜ਼ੋਰ ਦਿੱਤਾ ਗਿਆ। ਅਰੰਭਤਾ ਦਾ ਸ਼ਲੋਕ ਹੀ ਹੈ ਜਪ, ਕਿਹਨੂੰ? ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਪਣ ਦਾ ਮਤਲਬ ਹੈ ਸੱਚ 'ਤੇ ਚੱਲਣਾ। ਸਾਡੇ ਜੀਵਨ ਵਿੱਚ ਵੀ ਸੱਚ ਹੋਵੇ, ਸਾਡੀ ਕਿਰਤ ਵਿੱਚ ਵੀ ਸੱਚ ਹੋਵੇ। ਜੋ ਅਸੀਂ ਕਿਰਤ ਕਰਦੇ ਹਾਂ ਉਹਦੇ ਵਿੱਚ ਵੀ ਸੱਚ ਹੋਵੇ, ਫਿਰ ਉਸ ਨੂੰ ਸੱਚ ਨੂੰ ਪਾਇਆ ਜਾ ਸਕਦਾ ਹੈ। ਸੱਚ ਤਾਂ ਪਰ ਜਾਣੀਐ, ਆਤਮ ਤੀਰਥ ਕਰੇ ਨਿਵਾਸ। ਅਤੇ ਉਹ ਸੱਚ ਨੂੰ ਕਿਵੇਂ ਜਾਣੀਏ ਜਿਹੜਾ ਅਸਲੀ ਸੱਚ ਹੈ? ਕਹਿੰਦੇ ਆਪਣੇ ਅੰਦਰ ਧਿਆਨ ਜੋੜ ਕੇ, ਜਿਹਨੂੰ ਸਿਮਰਨ ਕਹਿੰਦੇ ਆ ਨਾ, ਇਹ ਆਪਣੇ ਅੰਦਰ ਪੜਚੋਲ ਕਰਨੀ ਹੈ, ਆਪਣੇ ਅੰਦਰ ਝਾਕਣਾ ਹੈ, ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਆ, ਆਪਣੀ ਆਤਮਾ ਦੀ ਆਵਾਜ਼ ਸੁਣਨੀ ਆ, ਕਿਉਂਕਿ ਆਤਮਾ ਸੱਚ ਦਾ ਮਾਰਗਦਰਸ਼ਨ ਕਰਦੀ ਆ। ਆਤਮਾ ਸੱਚ ਹੈ, ਪਰਮਾਤਮਾ ਸੱਚ ਹੈ, ਦੋਨੇ ਇੱਕ ਦੂਜੇ ਤੋਂ ਵਿਛੜੇ ਹਨ। ਇਹਨਾਂ ਨੂੰ ਮਿਲਾਉਣ ਦਾ ਸਾਧਨ ਸਾਡਾ ਮਨ ਹੈ, ਜਿਹੜਾ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦਾ, ਅਤੇ ਮਨ ਦਾ ਮਾਰਗਦਰਸ਼ਨ ਗੁਰੂ ਕਰਦਾ ਹੈ। ਜਿਹਨੂੰ ਸੱਚ ਦਾ ਪਤਾ ਹੈ ਉਹ ਸੱਚ ਦੀ ਜਾਣਕਾਰੀ ਮਨ ਨੂੰ ਦਿੰਦਾ, ਅਤੇ ਮਨ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦੇ ਕਾਬਲ ਬਣਦਾ ਹੈ। ਇਸੇ ਕਰਕੇ ਪਾਤਸ਼ਾਹ ਨੇ ਕਿਹਾ, ਜੈਸੀ ਸੰਗਤ ਐਸੀ ਰੰਗਤ। ਜੈਸੀ ਮਨ ਨੂੰ ਸੰਗਤ ਮਿਲਦੀ ਹੈ ਉਹੋ ਜਿਹਾ ਰੰਗ ਚੜ੍ਹ ਜਾਂਦਾ ਇਸ ਨੂੰ, ਭਾਵ ਉਹੀ ਇਹਦੀ ਕਾਰਗੁਜ਼ਾਰੀ ਬਣ ਜਾਂਦੀ ਹੈ, ਉਹੋ ਜਿਹਾ ਇਹਦਾ ਕੰਮ ਹੋ ਜਾਂਦਾ ਹੈ।
तो अज दे पवित्र वचन विच पातशाह कहंदे सच दे नाल जुड़ो। सच्चा सेवी सच सलाही, सच्चे नाए दुख कभी नाही। जे सच दे नाल जुड़िए तो तुहाडे दुखां दा खात्मा हो जाएगा। हुण दुख कई तरह दे आ। सब तो वड्डा दुख चिंता दा है, ते चिंता झूठ ने ही पैदा कीती है, सच ने नहीं कीती। सच तां चिंता दा खात्मा करदा, ते चिंता झूठ तो पैदा हुंदी है। ते सियाणे ने कहा चिंता चिखा बराबर है। चिंता चिखा दे बराबर है। हुण सब तो वड्डा दुख तां अग विच मचण दा ना। कबीर साहब जी कहते सानू इन्हां वड्डे दुखां तो बचाओ। एक दुख राम राय काटो मेरा, अगन दह अर गर्भ बसेरा। कदे अग विच मचना, चिखा दी अग विच, कदे गर्भ दी अग विच। गर्भ दी अग जिहड़ी माँ दे पेट विच है, जिथे बच्चे दी बनतर बनती है, उत्थे भी इस नूं सेक लगदा। ते कबीर साहब जी कहते सानू इन्हां टेढ़ियां जूनां चों भी कढो, ताकि असीं मार वार मचण तो बचीए। ते बंदा ईरखा विच भी मचदा, ईरखा विच भी बंदा किसी नाल ईरखा करदा होया भी दुखी हुंदा। इहनूं कहंदे आ चिंता। तो चिंता जिहड़ी है झूठ तो पैदा हुई है, सच चिंता नूं खत्म करदा। एक बारी सच कहण दी लोड़ है, मुड़ के उहदा फिक्र करन दी लोड़ नहीं। झूठ एक बारी बोलिया, उहनूं लुकाउण वास्ते सानूं सारी जिंदगी चिंता लगी रहिंदी है। जे किते झूठ दा पता लग गया मेरे दा, पता नहीं की बनूगा। तो बहुत सारे लोग इस करके कई लोगों नूं गुरु प्यारिओ वरतदे आ, डरा डरा के। मैं तेरा झूठ दस दूंगा, मैं तेरी असलीयत दस दूंगा, तू कौन है। खैर, सच्चा सेवी सच सलाही, सच्चै नाए दुख कभी नाही। सच नाल जुड़ो, कोई दुख नहीं। क्योंकि अंदर एक बारी चिंता पैदा हो गई, वो तो शरीर के बेअन दुख पैदा हो जाते हैं। ਜਿਹੜੇ ਮਨੁੱਖ ਦੇ अंदर चिंता नहीं, कोई फिक्र नहीं, कोई फाका नहीं, वो शरीर करके भी तकड़ा रहता। सुख दाता सेवन सुख पाए न। सुखां दा दाता परमेश्वर जो सच है, परमेश्वर भी सच है, उसका नाम भी सच है, नाम जपण वाले भी सच हो गए। आद सच जुगाद सच हैपी सच, नानक होसी भी सच। वो परमेश्वर आरंभता तो लैके अज तक सच है, अगे भी सच है, सच्चा रहेगा। जिन्हों ने ਉਹਦੇ ਨਾਲ जुड़ना किया वो भी सच हो गए, सच्चे हो गए, परमेश्वर ਨਾਲ जुड़ गए, एकमिक हो गए। सच होवे तां सुच पाईए, सुच होवे तां सच पाईए। इस तरह गुरु प्यारो सुचता तो भाव केवल बाहरी सुचता नहीं, अंदरूनी सुचता भी है। दिमाग दे विच जिहड़ियां साडे चलदियां विचारां, उन्हां नूं साफ करना भी जरूरी है। प्रीतम जी कहंदे सुखदाता सेवन सुख पाइन, गुरमत मन वसावनिया। वो सुखदाते परमेश्वर नूं जिहड़े सिमरदे हन, वो सुखी हुंदे हन। तो ये सुख गुरमत नाल चल के ही प्राप्त होवेगा। गुरमत मन वसावनिया, गुरु की मत नूं हिरदे विच वसा के ही असी जिहड़ा है उस सच नूं जान सकते हाँ। हौ वारी जियो वारी, सुख सहज समाध लगावनिया। हुण अगे ये सुख गुरु किवें दिंदा। गुरु कहना समाधि विच जा, ते समाधि लाउणी कोई अखां मीच के बैठना नहीं। समाधि का मतलब है कि सुरती नूं इकट्ठी करके अंदर जाना, अपनी पड़चोल करनी, मेरे च किन्ने नुक्स आ, किन्नियां गलतियां, मैं अज की कीता। शाम नूं बैठ के सोचना जिहड़ियां मैथों अज गलतियां होईयां, वो मैथों कल नूं ना होण। समाधि का मतलब धूणे तो अपना जल धारे करना नहीं है इत्थे,
क्योंकि सतगुर सानू सच का ज्ञान कराना चाहते हैं। जो साढ़े सच अंदर रमिया होया है उहदे नाल असीं किवें जुड़ीए, तो जब उहदे नाल जुड़ गए तो फिर उस तो वड्डा सुख कोई नहीं। आत्मक सुख, घर सुख वसिया बाहर सुख पाया, कहो नानक गुर मंत्र दृढ़ाया। जब अंदर सुख पैदा कर लिया फिर बाहरों भी सुख दिखाई देवेगा। फिर बाहर भी सुख दिखाई देवेगा। इस करके सतगुरु पातशाह कहते पहला तो अपने आपे नाल जुड़िया कर, गुरमत लै, गुरु की मत लै। गुरु की मत नूं मन वसा के करना की है, अपने आप नूं सुधारना। हुण किन्ने सुधारक होए दुनिया दे विच जिन्हां ने दुनिया नूं सुधारना चाहे, और जिन्हां ने दुनिया नूं सुधारना चाहिया आप नहीं सुधरे, वो दुनिया नूं सुधार नहीं सके। ते जिन्हां ने दुनिया नूं सुधारन तो पहला आप सुधरना कीता, उन्हां दी संगत करके सुधरने शुरू हो गए लोग, क्योंकि आप सुधरे हुए हैं। ऐसा ही गुरमत का मार्ग है, गुरु का मार्ग है। इत्थे गुरु जिथे सिख नूं कहंदा है सुधरने वास्ते, उत्थे आप भी वो मार्ग ते चलिया होया है। जिस तरह एक दिन बाबा बुढ़ा जी नूं कहा किसी ने, महाराज तुहानू तो बड़ी लंबी उम्र हो गई, तुसीं तां ब्रह्म ज्ञानी हो गए, गुरु साहब की बड़ी किरपा सोडे ते हुण तुहानू नितनेम करन दी की लोड़ आ। ते बाबा बुढ़ा जी का जवाब सीगा, मैनू पता है, मैनू ज्ञान हो गया। पहला मैं नितनेम आपदे वास्ते करदा सी, हुण मैं तां करदा किते मैनू छड्डिया वेख के दूजे भी ना छड्ड जाण भी बाबा किहड़ा करदा, आपां भी नहीं करदे। क्योंकि दुनिया साडी नकल भी करदी है, जिवें बांदर दा सुभाਅ नकल करना है ना। आटोमैटिकली तुसीं गुरुद्वारे च आ जाते हो, तुसीं फील करो कि तुहाडे अंदर कुछ बदलाव आ जाता। अंदर वड़दे ही साडा मन जिहड़ा है माड़ी सोच माड़ियां शरारतां नूं भुल जाता, इत्थे आके डर भी जाता गुरु कोले आके। मतलब जैसी संगत करते हैं उहदा रंग चढ़दा। तो इसे करके गुरु साहब ने आप दा जीवन पहला उहो जिहा बनाया जिहो जिहा सानू बनाउणा चाहुंदे सी। इत्थों तक कि उन्होंने जे साथों शहीदियां करवाउणियां सी ते आपदे पुत्रां नूं भी लुकोया नहीं। दसवें प्रीतम जी ने, दसवें पातशाह जी ने जे सानू ये सिखाउणा चाहुंदे सी कि जो गुरबाणी आ ये सच दा मार्ग है, जो गुरबाणी गुरुआं ने लिखी है ये कोई भी वाध घाट नहीं है। तो उन्होंने अपने पुत्र नूं बेदखल कर दिता सतवें पातशाह ने। इस बाणी का कोई अखर बदलिया नहीं जा सकता। उन्होंने पुत्र ने बदल के सुनाया, मिट्टी बेईमानकी नूं, मिट्टी मुसलमानकी नूं मिट्टी बेईमानकी करके सुनाया जद, तो उत्थे जे भला वो ये गलती सोच लेंदे भी यार मेरा पुत्र है चल छड्ड परे, तो फिर अज तक के गुरबाणी च पता नहीं किन्नियां बदलियां हो जांदियां। को सतनाम सी जदों दा दसवें प्रीतम जी ने श्री ग्रंथ साहिब महाराज रचना की आ, अज का दिहाड़ा भी आपां मना रहे हैं। अज वो दिन है जो श्री नंदेड़ साहब जाके पातशाह जी ने श्री ग्रंथ साहिब महाराज जी को गुरता गद्दी बख्शिश की सी। तो जे भला सतवें पातशाह ये कौतक ना करते, अपने पुत्र का त्याग ना करते, तो फिर लोगों को फिर आदत पै जानी सी अपनी मनमर्जी दीयां गल्लां विच लिखण दी। इस करके बाणी जिहड़ी है गुरुआं दे समय तो लिखी हुई अज तक उवें चल रही है। खैर मनोबिरतियां उत्थे रखिए, जैसी संगत वैसी रंगत। हौ वारी जियो वारी सुख सहज समाध लगावनिया, जो हर सेवै से सदा सोहे। कौन शोभदे आ, किहड़े सोहणे लगदे आ, जिहड़े हरि नाल जुड़दे आ, हरि नूं सिमरदे आ, हरि दा जाप करदे आ, सोहणे लगदे आ, वो संसार नूं भी चंगे लगदे आ। भावें कि दुनिया विच कर्मकांड पखंडबाजी बहुत है, पर जिहड़े अंदरों सिमरदे आ उन्हां दा आटोमैटिक ही दुनिया दे उत्ते प्रभाव पैंदा।
ਧੰਨ ਗੁਰੂ ਨਾਨਕ ਦੇਵ ਜੀ ਨੇ ਆਪ ਸਿਮਰਨ ਕੀਤਾ। ਆਪਾਂ ਉਹਨਾਂ ਦਾ ਜੀਵਨ ਦਾ ਇਤਿਹਾਸ ਪੜ੍ਹੀਏ ਅਤੇ ਬਚਪਨ ਤੋਂ ਹੀ ਉਹਨਾਂ ਦੀ ਮਾਤਾ ਵੀ ਉਹਨਾਂ ਨੂੰ ਕਹਿੰਦੀ ਆ, ਪੁੱਤਰਾ ਸੌਂ ਜਾ, ਹੁਣ ਤਾਂ ਅੱਧੀ ਰਾਤੋਂ ਸਮਾਂ ਟੱਪ ਗਿਆ। ਅਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਕਹਿਣਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਮਾਤਾ ਜੇ ਮੈਂ ਸੌਂ ਗਿਆ ਤਾਂ ਮੇਰੀ ਮੌਤ ਹੋ ਜਾਵੇਗੀ, ਇਸ ਕਰਕੇ ਮੈਂ ਕਿਵੇਂ ਸੌਂ ਜਾਵਾਂ। ਉਹ ਪਪੀਹਾ ਜਿਹੜਾ 6 ਮਹੀਨਿਆਂ ਤੋਂ ਪੀਓ ਕਰੀ ਜਾਂਦਾ ਹੈ, ਅਜੇ ਉਹਨੂੰ ਪੀਓ ਨਹੀਂ ਮਿਲਿਆ ਅਤੇ ਮੈਨੂੰ ਵੀ ਪੀਓ ਨਹੀਂ ਮਿਲਿਆ, ਭਾਵੇਂ ਕਿ ਉਹ ਤਾਂ ਖੁਦ ਪਰਮੇਸ਼ਰ ਸੀ। ਪਰ ਸਾਨੂੰ ਸਿਖਾਉਣ ਵਾਸਤੇ ਜਿਵੇਂ ਇੱਕ ਮਾਸਟਰ ਪੜ੍ਹਿਆ ਲਿਖਿਆ, ਸਕੂਲ ਦਾ ਮਾਸਟਰ ਪੜ੍ਹਿਆ ਲਿਖਿਆ, ਹੁਣ ਕਹੇਗੀ ਮੈਂ ਤਾਂ ਪੜ੍ਹਿਆ ਲਿਖਿਆ, ਮੈਨੂੰ ਊੜਾ ਲਿਖਣ ਦੀ ਕੀ ਲੋੜ ਆ। ਪਰ ਉਹਨੂੰ ਊੜਾ ਲਿਖਣਾ ਪੈਂਦਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਇਸੇ ਤਰ੍ਹਾਂ ਸਤਿਗੁਰਾਂ ਨੇ ਜੋ ਵੀ ਕੀਤਾ ਉਹ ਸਾਨੂੰ ਸਿਖਾਉਣ ਵਾਸਤੇ ਕੀਤਾ। ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ, ਆਓ ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਹੜੇ ਸੁੱਖ ਪ੍ਰਾਪਤ ਕਰਦੇ ਹਨ ਆਪਣੇ ਅੰਦਰੋਂ। ਸੁੱਖ ਸਹਿਜ ਸਮਾਧ ਲਗਾਵਣਿਆ, ਜੋ ਆਪਣਾ ਸੰਤੁਲਨ ਬਣਾਉਂਦੇ ਹਨ, ਆਪਣੇ ਆਪੇ ਦੀ ਖੋਜ ਕਰਦੇ ਆ, ਆਪਣੇ 'ਚ ਨੁਕਸ ਕੱਢਦੇ ਆ। ਆਪ ਸਾਰੀ ਦੁਨੀਆ ਨੂੰ ਸੁਧਾਰਨ ਦੀ ਲੋੜ ਨਹੀਂ, ਹਰੇਕ ਬੰਦਾ ਆਪਣੇ ਆਪ ਨੂੰ ਸੁਧਾਰ ਲੇ, ਸਾਰੀ ਦੁਨੀਆ ਆਪੇ ਸੁਧਰ ਜੂ। ਕੋਈ ਬੰਦਾ ਕਿਸੇ ਨੂੰ ਕੀ ਸੁਧਾਰੇਗਾ, ਬੰਦੇ ਨੂੰ ਖੁਦ ਹੀ ਸੁਧਰਨਾ ਪੈਣਾ। ਜਿਹਨੇ ਸੁਖੀ ਰਹਿਣਾ ਉਹ ਸੁਧਰ ਜਾਵੇ, ਜਿਹਨੇ ਨਹੀਂ ਸੁਖੀ ਹੋਣਾ ਉਹ ਜੇਲ੍ਹਾਂ 'ਚ ਬੈਠੇ ਆ। ਫਿਰ ਜੇ ਨਹੀਂ ਸੁਧਰੇ, ਬਹੁਤ ਸਾਰੇ ਧਰਮੀ ਹੋ ਕੇ ਧਰਮ ਦੇ ਰਸਤਿਆਂ 'ਤੇ ਚੱਲ ਕੇ ਡੇਰੇ ਬਣਾ ਕੇ ਵੱਡੀਆਂ ਵੱਡੀਆਂ ਆਸ਼ਰਮ ਬਣਾ ਕਰਕੇ ਵੀ ਉਹ ਜੇਲ੍ਹਾਂ 'ਚ ਬੈਠੇ ਨੇ। ਕਾਰਨ ਕਿ ਉਹਨਾਂ ਨੇ ਦੁਨੀਆ ਨੂੰ ਸੁਧਾਰਨਾ ਚਾਹਿਆ ਪਰ ਆਪ ਨਹੀਂ ਸੁਧਰੇ। ਕਹੋ ਸਤਿਨਾਮ ਸ੍ਰੀ। ਉਹਨਾਂ ਦੇ ਦੁੱਖਾਂ ਦਾ ਕਾਰਨ ਨਾ ਸੁਧਰਨਾ ਹੀ ਆ, ਆਪਣੇ ਆਪ ਨੂੰ ਨਾ ਸੁਧਾਰਨਾ ਹੀ ਹੈ ਨਾ। ਕਿਤਨੇ ਹੀ ਧਰਮ ਦੇ ਪੈਰੋਕਾਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਧਰਮ ਦੇ ਮੁਖੀ, ਉਹਨਾਂ ਨੇ ਆਪਣੇ ਆਪ ਨੂੰ ਨਹੀਂ ਸੁਧਾਰਿਆ। ਬਸ ਬੰਦਾ ਆਪਣੇ ਆਪ ਨੂੰ ਸੁਧਾਰ ਲੇ, ਦੁਨੀਆ ਆਪੇ ਸੁਧਰ ਜੂਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਤੀਜੇ ਨਾਨਕ ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ। ਜਿਹੜੇ ਹਰੀ ਨੂੰ ਸਿਮਰਦੇ ਹਨ ਉਹ ਹਮੇਸ਼ਾ ਚੰਗੇ ਲੱਗਦੇ ਆ, ਸਭ ਨੂੰ ਚੰਗੇ ਲੱਗਦੇ ਆ। ਅਸੀਂ ਅੱਜ ਭਗਤਾਂ ਨੂੰ ਜਾਣਦੇ ਹਾਂ, 15 ਭਗਤਾਂ ਦੀ ਬਾਣੀ, ਕਬੀਰ ਭਗਤ, ਨਾਮਦੇਵ ਜੀ, ਰਵਿਦਾਸ ਭਗਤ ਜੀ, ਹੋਰ ਸਾਰੇ ਭਗਤ ਜਿਹੜੇ 15 ਬਾਣੀ 'ਚ ਬੈਠੇ ਨੇ, ਇਹਨਾਂ ਨੂੰ ਕਾਰਨ ਜਾਣਨ ਦਾ ਕੀ ਹੈ ਕਿ ਇਹਨਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ, ਸੱਚ ਨਾਲ ਜੁੜ ਗਏ, ਸੱਚ 'ਤੇ ਚੱਲ ਪਏ। ਪਹਿਲਾਂ ਆਪ ਚੱਲੇ, ਫਿਰ ਦੂਜਿਆਂ ਨੂੰ ਦੱਸਿਆ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਖੈਰ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ। ਰਹਾਓ ਸਭ ਕੋ ਤੇਰਾ ਭਗਤ ਕਹਾਏ। ਵੈਸੇ ਤਾਂ ਬਾਹਰੀ ਤੌਰ 'ਤੇ ਤਾਂ ਆਪਾਂ ਸਾਰੀ ਇੱਕ ਦੂਜੇ ਨੂੰ ਸਿੱਖ ਵੀ ਦੇਖਦੇ ਹਾਂ, ਭਗਤ ਵੀ ਦੇਖਦੇ ਹਾਂ, ਬੜਾ ਚੰਗਾ ਵੇਖਦੇ ਹਾਂ ਬਾਹਰੋਂ। ਇੱਥੇ ਪਾਤਸ਼ਾਹ ਨੇ ਉਹੀ ਗੱਲ ਕੀਤੀ ਹੈ, ਸਾਰੇ ਤੈਨੂੰ ਆਪਣੇ ਆਪ ਨੂੰ ਤੇਰਾ ਭਗਤ ਕਹਾਉਂਦੇ ਆ, ਤੇਰਾ ਪਿਆਰਾ ਕਹਾਉਂਦੇ ਆ, ਪਰ ਇਹਨਾਂ 'ਚੋਂ ਹੈ ਕਿਹੜੇ ਭਗਤ? ਇਹਨਾਂ 'ਚ ਉਹੀ ਭਗਤ ਹੈ, ਸਹੀ ਭਗਤ ਤੇਰੇ ਮਨ ਭਾਏ, ਜਿਹੜੇ ਤੈਨੂੰ ਚੰਗੇ ਲੱਗ ਗਏ। ਅਤੇ ਚੰਗਾ ਕੌਣ ਲੱਗੂਗਾ? ਜਿਹੜਾ ਉਹਦੇ ਮੁਤਾਬਕ ਚੱਲੂਗਾ। ਚੋਰਾਂ ਨੂੰ ਚੋਰ ਚੰਗੇ ਲੱਗਦੇ ਆ, ਠੱਗਾਂ ਨੂੰ ਠੱਗ, ਸਿੱਖਾਂ ਨੂੰ ਸਿੱਖ। ਜਿਹੜੀ ਉਹਦੀ ਸਿੱਖਿਆ 'ਤੇ ਚੱਲਣ ਵਾਲੇ ਦੀ ਗੱਲ ਕਰਦਾ ਮੈਂ। ਸਭ ਕੋ ਤੇਰਾ ਭਗਤ ਕਹਾਏ, ਕਹਿਣ ਨੂੰ ਤਾਂ ਸਾਰੇ ਕਹਿੰਦੇ ਆ ਅਸੀਂ ਸਿੱਖ ਹਾਂ, ਪਰ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਤੇ ਉਹ ਕਹਿੰਦੇ 100 ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਉਹ ਹੈ ਜਿਹੜਾ ਗੁਰੂ ਦੇ ਹੁਕਮ ਅੰਦਰ ਚੱਲਦਾ। ਜਿਹੜਾ ਗੁਰੂ ਦੇ ਹੁਕਮ ਅੰਦਰ ਨਹੀਂ ਚੱਲਦਾ ਉਹਨੂੰ ਮੈਂ ਸਿੱਖ ਨਹੀਂ ਕਹਿੰਦਾ ਗਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ। ਸਭ ਕੋ ਤੇਰਾ ਭਗਤ ਕਹਾਏ। ਮੀਆਂ ਮਿੱਠੂ ਤਾਂ ਹਰੇਕ ਹੀ ਬਣ ਜੂਗਾ, ਪਰ ਬੰਦਾ ਤਾਂ ਪਤਾ ਉਦੋਂ ਲੱਗਦਾ ਜਦੋਂ ਉਹਦੇ ਜੀਵਨ ਦੇ ਵਿੱਚ ਝਾਤੀ ਮਾਰੀਏ ਵੀ ਇਹਦਾ ਜੀਵਨ ਕਿਹੋ ਜਿਹਾ। ਕਹੋ ਸਤਿਨਾਮ ਸ੍ਰੀ। ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ। ਪਰ ਅਸੀਂ, ਤੂੰ ਕੋਈ ਨੂੰ ਭਗਤ ਮੰਨਦਾ ਜਿਹੜਾ ਤੈਨੂੰ ਭਾ ਗਿਆ, ਜਿਹੜਾ ਤੈਨੂੰ ਚੰਗਾ ਲੱਗ ਗਿਆ। ਅਤੇ ਕੌਣ ਚੰਗਾ ਲੱਗਿਆ? ਪਾਤਸ਼ਾਹ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਮੈਨੂੰ ਕੌਣ ਪਿਆਰਾ ਲੱਗਿਆ? ਜਿਹੜਾ ਮੇਰੇ ਮੁਤਾਬਕ ਚੱਲਿਆ, ਜਿਵੇਂ ਦੱਸੀ ਹੋਈ ਰਹਿਤ ਮੁਤਾਬਕ ਚੱਲਿਆ।
ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਹਿ ਮੈਂ ਤਿਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਤ ਬਿਨਾ ਨਾ ਸਿੱਝੈ ਕੋਈ, ਤਾਂ ਤੇ ਰਹਿਤ ਸੋ ਦ੍ਰਿੜ ਕਰ ਹੋਈ। ਭਗਤ ਸਿੱਖ ਪਿਆਰਾ ਇਹਨਾਂ ਦੇ ਇੱਕੋ ਹੀ ਅਰਥ ਆ, ਕੋ ਸਤਨਾਮ ਸ੍ਰੀ। ਤਾਂ ਅਸਲੀ ਭਗਤ ਕੌਣ ਹੈ? ਜਿਹੜੇ ਉਹਨੂੰ ਭਾਗੇ। ਤੇ ਕੌਣ ਪਾਏ? ਜਿਹੜੇ ਉਹਦੇ ਮੁਤਾਬਕ ਚੱਲੇ। ਅਗਲੀ ਪੰਕਤੀ, ਸੱਚ ਬਾਣੀ ਤੋਧੈ ਸਾਲਾਹਿਨ। ਜਿਹੜੇ ਤੇਰੀ ਬਾਣੀ ਰਾਹੀਂ ਤੇਰੀ ਸਿਫਤ ਸਲਾਹ ਕਰਦੇ ਆ, ਜਿਹੜੀ ਤੇਰੀ ਬਾਣੀ ਰਾਹੀਂ ਤੇਰੀ ਸਿਫਤ ਸਲਾਹ ਕਰਦੇ ਆ, ਉਹ ਤੈਨੂੰ ਭਾ ਜਾਂਦੇ ਆ। ਜਿਹੜੇ ਭਾ ਜਾਂਦੇ ਆ ਉਹੀ ਸਿੱਖ ਹੈ, ਉਹੀ ਭਗਤ ਹੈ, ਉਹੀ ਉਹਦੇ ਪ੍ਰਵਾਨ ਹੋਣ ਵਾਲੇ ਹਨ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚਾਂ ਕਾ ਗੁਰ ਇਕ ਧਿਆਨ। ਜਿਹੜੇ ਇੱਕ ਦੇ ਨਾਲ ਜੁੜੇ ਹੋਏ ਆ ਉਹ ਪ੍ਰਵਾਨ ਹੋ ਗਏ, ਕਿਉਂਕਿ ਉਹਨਾਂ ਨੇ ਉਸ ਇੱਕ ਦਾ ਧਿਆਨ ਧਰਿਆ, ਉਹ ਉੱਥੇ ਪ੍ਰਵਾਨ ਹੋ ਗਏ। ਮੇਰੇ ਪ੍ਰੀਤਮ ਜੀ ਕਹਿੰਦੇ, ਸੱਚ ਬਾਣੀ ਤੋਧੈ ਸਾਲਾਹਿਨ। ਰੰਗ ਰਾਤੇ ਭਗਤ ਕਰਾਵਣਿਆ। ਜਿਹੜੇ ਤੇਰੀ ਬਾਣੀ ਦੇ ਮੁਤਾਬਕ ਤੇਰੀ ਸਿਫਤ ਸਲਾਹ ਕਰਦੇ ਆ, ਉਹ ਤੇਰੇ ਰੰਗ ਵਿੱਚ ਰੰਗੇ ਜਾਂਦੇ ਆ, ਉਹ ਤੇਰੀ ਭਗਤੀ ਕਰਦੇ ਆ, ਉਹ ਭਗਤ ਆ। ਤੇ ਭਗਤ ਜਿਹੜਾ ਹੈ ਸਾਡੇ ਜੀਵਨ ਦੇ ਵਿੱਚੋਂ ਦਿਖਾਈ ਦਿੰਦਾ ਹੈ, ਨਾ ਕਿ ਕੇਵਲ ਤੇ ਕੇਵਲ ਬਾਹਰੀ ਲਿਬਾਸ ਤੋਂ। ਜੀਵਨ ਤੋਂ ਪਤਾ ਲੱਗਦਾ ਕੌਣ ਸਿੱਖ ਹੈ, ਕੌਣ ਭਗਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਆਪਣੇ ਸਵਈਆਂ ਵਿੱਚ, ਆਪਣੀ ਬਾਣੀ ਵਿੱਚ ਰਚੇ ਆ। ਬਖਸ਼ਿਸ਼ ਕਰਦੇ ਹਨ, ਬਿਨ ਪਾਹੁਲ ਕੇਸ ਧਰੇ ਭੇਖੀ ਮੂੜਾ ਸਿੱਖ। ਵੀ ਕੇਸ ਤਾਂ ਰੱਖ ਲਏ, ਪੱਗ ਬੰਨ੍ਹ ਲਈ, ਤੇ ਲਗਭਗ ਅੱਜ ਅਸੀਂ ਜਿਸ ਦੇ ਪੱਗ ਬੰਨੀ ਦਿਸਦੀ ਆ, ਕੇਸ ਦਾੜਾ ਰੱਖਿਆ, ਉਹਨੂੰ ਸਿੱਖ ਕਹਿੰਦੇ ਆ, ਕਿਉਂਕਿ ਇੱਕ ਲਿਬਾਸ ਬਣ ਗਿਆ ਸਿੱਖਾਂ ਦਾ ਇਹ। ਪਰ ਪਾਤਸ਼ਾਹ ਕਹਿੰਦੇ ਇਹਦੇ ਅੰਦਰ ਪਾਹੁਲ ਵੀ ਹੋਣੀ ਚਾਹੀਦੀ ਆ, ਗੁਰੂ ਦੇ ਬਚਨ ਵੀ ਹੋਣੇ ਚਾਹੀਦੇ ਆ, ਜੋ ਅਮਰ ਦੀ ਦਾਤ ਹੈ ਉਹ ਵੀ ਇਹਦੇ ਅੰਦਰ ਹੋਣੀ ਚਾਹੀਦੀ ਆ। ਨਹੀਂ ਤਾਂ ਫਿਰ ਮੈਂ ਇਸ ਨੂੰ ਭੇਖ ਹੀ ਕਹਾਂਗਾ। ਭਾਵ ਪੂਰਾ, ਅਧੂਰੀ ਚੀਜ਼ ਤਾਂ ਕੋਈ ਵੀ ਪੂਰੀ ਨਹੀਂ ਹੁੰਦੀ। ਠੀਕ ਹੈ, ਪਰਮੇਸ਼ਰ ਨੇ ਦਾਤ ਬਖਸ਼ੀ ਹੈ, ਜਿਹਨੇ ਸੰਭਾਲੀ ਹੈ, ਧੰਨਵਾਦ ਉਸ ਦਾ, ਚੰਗੀ ਗੱਲ ਹੈ। ਸਾਬਤ ਸੂਰਤ ਹੋਣਾ ਚੰਗੀ ਗੱਲ ਹੈ, ਕਿਉਂਕਿ ਪਰਮੇਸ਼ਰ ਦਾ ਸਰੂਪ ਹੈ ਇਹ, ਸਾਬਤ ਸੂਰ ਦਸਤਾਰ ਸਿਰਾ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ਾਂ ਬਖਸ਼ੀਆਂ ਨੇ, ਕਿਉਂਕਿ ਧੁਰੋਂ ਆਈਆਂ। ਪਰ ਇਸ ਤੋਂ ਅੱਗੇ ਗੁਰਮਤਿ ਦਾ ਗਿਆਨ ਲੈ ਕੇ, ਗੁਰਮਤਿ ਦੇ ਮੁਤਾਬਕ ਚੱਲ ਕੇ ਆਪਣੇ ਜੀਵਨ ਨੂੰ ਹੋਰ ਵੀ ਸੋਹਣਾ ਬਣਾਉਣਾ ਚਾਹੀਦਾ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨੁੱਖਾ ਜਨਮ ਬੜਾ ਦੁਰਲੱਭ ਹੈ। ਸਾਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤਾ, ਮਨ ਤਨ ਹੋਏ ਚਲਾਂਬੇ ਨੂੰ ਹੋਰ ਵੀ ਸੋਹਣਾ ਬਣਾਓ। ਮਰ ਕਿਵੇਂ? ਇਹਨੂੰ ਹੋਰ ਵੀ ਸੋਹਣਾ ਕਰੋ। ਮਨ ਤਨ ਹੋਏ ਚੁਲੰਬ, ਜੇ ਸਤਿਗੁਰ ਭਾਇਆ, ਜੇ ਤੂੰ ਗੁਰੂ ਨੂੰ ਭਾ ਜਾਵੇਂ। ਤੇ ਗੁਰੂ ਤਾਂ ਫਿਰ ਤਾਂ ਹੀ ਪਾਉਂਦੇ ਜੀ ਗੁਰੂ ਦੀ ਗੱਲ ਮੰਨੇ। ਕਹੋ ਸਤਨਾਮ ਸ੍ਰੀ, ਗੱਲਾਂ ਨਿਬੜੀਆਂ। ਗੁਰੂ ਨੂੰ ਤਾਂ ਹੀ ਭਾਵੇਗਾ, ਗੁਰੂ ਨੂੰ ਤਾਂ ਹੀ ਚੰਗਾ ਲੱਗੇਗਾ ਜੇ ਗੁਰੂ ਦੀ ਗੱਲ ਮੰਨੇਗਾ। ਇਸ ਕਰਕੇ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸਭ ਕੋ ਤੇਰਾ ਭਗਤ ਕਹਾਏ। ਸਾਰੀ ਦੁਨੀਆ ਆਪਣੇ ਆਪ ਨੂੰ ਤੇਰਾ ਭਗਤ ਸਦਾਉਂਦੀ ਆ, ਤੇਰਾ ਸਿੱਖ ਸਦਾਉਂਦੀ ਆ, ਪਰ ਸਹੀ ਭਗਤ ਤੇਰੇ ਮਨ ਭਾਏ। ਮੈਂ ਉਹਨਾਂ ਨੂੰ ਭਗਤ ਸਮਝਾਂਗਾ ਜਿਹੜੇ ਤੈਨੂੰ ਚੰਗੇ ਲੱਗੇ, ਜਿਹੜੇ ਤੇਰੇ ਦਰ 'ਤੇ ਪ੍ਰਵਾਨ ਹੋ ਗਏ, ਮਤਲਬ ਉਹਨਾਂ ਦੀ ਭਗਤੀ ਪੂਰੀ ਹੋ ਗਈ। ਸੱਚ ਬਾਣੀ ਤੋਧੈ ਸਾਲਾਹਿਨ। ਰੰਗ ਰਾਤੇ ਭਗਤ ਕਰਾਵਣਿਆ। ਉਹ ਤੇਰੇ ਰੰਗ ਵਿੱਚ ਰੰਗੇ ਹੋਏ ਭਗਤੀ ਕਰਦੇ ਹਨ, ਤੂੰ ਆਪ ਕਿਰਪਾ ਕਰਕੇ ਉਹਨਾਂ ਤੋਂ ਭਗਤੀ ਦੀ ਸੇਵਾ ਲੈਂਦਾ। ਸਭ ਕੋ ਸੱਚੇ ਹਰਿ ਜੀਉ ਤੇਰਾ। ਮਹਾਰਾਜ ਭਾਵੇਂ ਕਿ ਸਾਰੀ ਦੁਨੀਆ ਹੀ ਤੇਰੀ ਆ, ਕਿਉਂਕਿ ਸਾਜਿਆ ਤਾਂ ਤੂੰ ਹੀ ਆ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇੱਥੇ ਸਤਿਗੁਰੂ ਪਾਤਸ਼ਾਹ ਬੜੇ ਪਿਆਰ ਦੀ ਸੱਟ ਲਾਉਂਦੇ ਆ। ਘੁਮਿਆਰ ਘੜਾ ਬਣਾਉਂਦਾ ਨਾ, ਜਦੋਂ ਕੱਚੀ ਮਿੱਟੀ ਹੁੰਦੀ ਹੈ ਉਦੋਂ ਘੁਮਿਆਰ ਉਹਨੂੰ ਥੱਪ ਥੱਪ ਕੇ ਵਧਾਉਂਦਾ। ਪਹਿਲਾਂ ਗਮਲਾ ਜਿਹਾ ਬਣਾਉਂਦਾ, ਫਿਰ ਉਹਨੂੰ ਕੁੱਟ ਕੁੱਟ ਕੇ ਪਤਲਾ ਕਰਦਾ ਅਤੇ ਚੌੜਾ ਕਰਦਾ, ਮੋਟਾ ਕਰਦਾ, ਗੋਲ ਕਰਦਾ। ਬਾਹਰੋਂ ਉਸ ਨੂੰ ਕੁੱਟਦਾ ਦਿਖਾਈ ਦਿੰਦਾ, ਪਰ ਅੰਦਰਲੇ ਪਾਸੇ ਇੱਕ ਹੋਰ ਹੱਥ ਹੈ ਜਿਹੜਾ ਉਸ ਨੂੰ ਟੁੱਟਣ ਤੋਂ ਵੀ ਬਚਾਉਂਦਾ।
इस करके पातशाह जी कहते ये ठीक है कि सारे तेरे ही साजे हुए हैं, सारी दुनिया उहदी बनाई हुई है। रंगी रंगी भांति कर कर जिनसी माया जिन उपाई दे महावाक अनुसार। पर गुरमुख मिले तो चुकै फेरा, पर गुरु वाले बनना चाहिए। कहो सतनाम श्री। गुरमुखां नूं भाव गुरु नूं मिल के, गुरु दे प्यारिਆਂ ਦੀ संगत करके तेरा जमना मरना कट्टिया जाएगा। मैं ये नहीं कहता कि सिखां तो बगैर बाकी कंड में सारी ਉਹਦੇ बनाए हुए हैं। बंग के बंगाली हैं कि दिल्ली के दिलवाली हैं, सब तेरी आज्ञा में चलता है, कोई तेरे हुक्म तो बाहर नहीं। पर इत्थे अगली गल मेरे प्रीतम जी कहते हैं, पर सानू गुरु वाले बनना चाहिए। जिवें गुरु अमरदास महाराज जी का अपना जीवन भी है। 60-65 साल की उम्र तक वो गुरु वाले नहीं सी बने। अखीर जो समझ आई तो उदों गुरु वाले बने। जद गुरु वाले बने तो जीवन च बदलाव आया, सोझी आई भी यार है गुरु वाला बनना इन्ना जरूरी सीगा। पहला तो उदनी चोट लग गई जिद्दे उन्हों का दोस्त, उन्हों का मित्र ब्रह्मचारी कह गया कि अमरदास तेरा गुरु कौन है। तो अमरदास जी कहते लै गुरु की आपां की लोड़ है, पर गंगा के यात्री अज भी कई लोग कहते हैं अपनियां हड्डियां गंगा च पा दिओ मुक्ति हो जूगी। मतलब सौखा जिहा रस्ता लभ लिया। कहो सतनाम सी। गंगा च हड्डियां पाउण नाल मुक्ति नहीं हुंदी, जिउंदे जी भी जीवन सोहना होना चाहिए साडा। ते पर जदों गुरु अमरदास मन चोट लगी, उस ब्रह्म ज्ञानी ने, उस ब्रह्मचारी ने चोट लाई, वो कहन लग्या मेरा तो गुरु कोई नहीं। तो ब्रह्मचारी कहन लग्या तो हजे निगुरा ही फिरदा। कहन लगे यार मैं तो कदे सोचा भी नहीं। वो कहन लगे फिर हुण मैं तेरे कोल एक मिनट भी नहीं खड़दा। जिहड़ा गंगा की यात्रा ते इकट्ठे आउंदे जांदे सी, दोने मित्र सी एक दूजे दे, ते यात्रा तो ही वापस आए सी कि रात अमरदास महाराज जी ने अपने कोल रोक लिया। कहते अज इत्थे रात कट लो, सुबह चले जाना। प्रशादा पानी छकिया, पलंगे डाले, पलंगियां ते बैठ गए, पै गए, गल्लां बातां चल पईयां, धर्म दीयां गल्लां चल पईयां। चलदे चलदे गल चल पई कि अमरदास तेरा गुरु कौन है। वो कहने गुरु की की लोड़ है। ते उस वेले ब्रह्मचारी अद्धी रात नूं कहने पैरां में जुत्ती पा के तुर पिया। गुरु अमरदास महाराज जी उदों गुरु नहीं सी बने, ना गुरु वाले बने सी। वो कहने की गल किधर चले हो। कहना मैं चलिया, हुण मैं तेरे कोल एक मिनट भी नहीं खड़दा, तू हजे तक गुरु वाला नहीं बनया। तो कहते उस वेले जदों चलिया गया तो बहुत वड्डी चोट लगी। भी एड्डी वड्डी गल है यार, इन्हें रात कटनी सी, मेरे को आराम नाल रात कटदा, पर अद्धी रात नूं हनेरे विच तुर गया। इहदा मतलब कोई वड्डी गल है। तो तड़के नूं जद खिच पैदा हुई, सारी रात मुड़ के उसल बट्टे लैंदे रहे, नींद ना आई। तो तड़के नूं घरों ही दस पै गई बीबी अमरो गुरु अमरदास जी दे, गुरु अंगद देव जी की पुत्री, इन्हां दी भतीज नूं सी। कदे ख्याल ही नहीं किया इस गल का भी गुरु वाले बनना चाहिए। कहो सतनाम श्री। जिस वेले तड़के वो ना सुते, अज 4 बजे तड़के आवाज़ कान च पई तो बीबी अमरो गुरु पिता जी दे कोलों सिखियां हुई बाणियां पढ़ रही है, नाले दुध ढिड़क रही है, मधानी पाई हुई है। ਕੰਨ ਬਲੇਲ ਪਈ तो गुरु अमरदास जी सुनते सुनते नेड़े आ गए। पता लगे तो मेरे घर दे विच ही आ, सब कुछ घर में बाहर ना ही। ये बचन भी लिखिया, ਇਹਦਾ अर्थ होर भी बनते आ। ओले च खड़ के सुनते रहे क्योंकि चाचा सहुरा लगते सी। ते जिस वेले बीबी अमरो ने बाणी पूरी कर ली, दुध ढिड़किया गया, मधानी छड़ के बाहर निकली रसोई चों, तो की वेखदी है मेरा चाचा सहुरा खड़ा है। बापू जी तुसी किवें? कहन लगे बेटा तू की गा रही सी? बीबी कहन लगी मैं तो गुरु नानक देव जी की बाणी जपजी साहिब आसा दी वार दे होर आदि बचन गा रही सी। ये बाणी आ। ते कहन लगे जिसने बाणी लिखी है वह गुरु कित्थे आ? वो कहन लगी वो तो शरीर त्याग गए, ज्योति जोत समा गए।
तो गुरु अमरदास जी महाराज पश्चाताप करन लगे, पछतावा करन लगे भी मैं क्यों ना पहला गुरु वाला बनिया। तो बीबी अमरों कहती गल की हो गई। अमरदास जी कहन लगे बेटा मैं गुरु वाले बनना, मैं गुरु धारण करना, हुण मैं की करा। तो बीबी अमरों कहती फिर की हो गया, उन्होंने थां ते मेरे पिता जी ड्यूटी करते, तुसीं उन्हां कोले चले जाओ, उन्होंने गुरु धारण कर लो, उन्होंने तो गुरमंत्र लै लो। फिर बीबी अमरों नूं कहन लगे तू लैके चल बेटा मैनूं उत्थे। फिर तो बीबी अमरों दे नाल फिर पहुँचे खडूर साहब। तो खडूर साहब जब आए तो बीबी अमरों ने एक बचन किया सी गुरु पिता जी ने कि बेटा सदे तो बगैर मेरे को आना नहीं, तो भेजे तो बगैर जाना नहीं। तो उत्थे बाहर खड़ा के गुरु अमरदास जी ने बीबी पुछण वास्ते गई है अंदर। जब अंदर गई तो अगों गुरु अंगद जी कहते बेटा जिन्हों की बाँह फड़ के लियाई वो राह च नहीं छड्डी, ते जा अंदर लैके आ उन्होंने। जानी जान सतगुरु अमरदास जी अंदर गए, पैरी पैन लगे। गुरु अंगद जी ने गलवकड़ी च लै लिया क्योंकि कुड़म लगते सी एक दूजे दे। पर गुरु अमरदास जी कहते नहीं मैं अज गुरु कुड़म बन के नहीं आया, अज मैं सेवक बन के आया, मैनू अपने चरनी लाओ, मैं तुहानू गुरु धारण करना। तो इस करके फिर उन्होंने पता लग्या भी गुरु की कितनी लोड़ है। फिर उन्होंने साढ़े वास्ते यह बाणी लिखती। फिर साडा मार्गदर्शन गुरु अमरदास जी ने यह बाणी राही किवें कीता। सब को सच्चे हर जीओ तेरा, सारी दुनिया तेरी है च कोई शक नहीं। गुरमुख मिले तो चुके फेरा, पर जदों गुरु मिलता फिर बंदे का जमना मरना कटिया जाता, फिर इसका 84 का चक्कर खत्म हुंदा। जां तुद भावे तां नाए रचावे, जां तैनू चंगे लग जाइए, फिर तो नाम की दात साडे अंदर रखदा। किनका एक जे जी बसावै, ताकि महिमा गणी ना आवे। कांखी एक है दर्श तुहारो, नानक उन संग मोहे उधारो। फिर साडे अंदरों हरि दा नाम की बूंद रखदा, कणी रखदा, किनका रखदा। जां तुद भावे, जदों असीं उहनूं भा जाने आ। देखो 12 साल सेवा की गुरु अमरदास जी का जीवन देख लो। हुण 12 साल सेवा की तो साल बाद एक सरोपा देंदे, ते जिंदगी विच बहुता बोलते बुलाउंदे नहीं एक दूजे नूं, चल सो चल सेवा ही सी। लेकिन 12वें साल दे विच सेवा पहुंची तो ये प्रवान हो गए। प्रवान होए तो गुरु अंगद देव जी ने अपना जिहड़ा गुरता गद्दी की बख्शिश भी इन्हां नूं कर दित्ती अगे प्रचार करने वास्ते। तो उन्हां दा रूप हो गए। जां तुद भावै तां नाए रचावै, तू आपे नाउं जपावनिया। तुसी चलो तो सही गुरु वाल, गुरु आपे बांह फड़ लवेगा। चरण शरण गुरु एक पैंडा, जाए चल सतगुरु कोट पैंडा। आज्ञा होए लेत है, भावनी भगत होए कौडी अगर भाग रख है। गुरु पैसों का भुखा थोड़ा ही है भी कोई लख पाऊगा बाहला नेड़े है तो पैसे वाला पिछे है, बल्कि पैसे वाला मूहरे भी हो सकता कई बारी। को सतनाम सी निमाणे दी निमरता वाले दी पुकार गुरु पहला सुनदा, शायद हंकारी दी ना सुने। हाथी की चिंगार पाछै, कीड़ी की पुकार, चींटी की पुकार पहले सुनियत है। चींटी तो भाव निमाणा, निमरता वाले की गल पहला सुनता है, शायद हाथी हंकारियां की गल ना सुने या मगरों सुने। कहो सतनाम श्री। तो इस करके गुरु ऐसा जिहड़ा सच नाल जुड़िया ते जोड़दा सानू। मेरे प्रीतम जी कहंदे जां तुद भावै तां नाए रचावै, तू आपे नाउ जपावने आ, तू आप ही कृपा करके जपाउणा। भाव सिख नूं इह कह कि तू इस गल दा मान ना करनी कि मैं जपदा, क्योंकि जे थोड़ा जिहा भी मान हो गया ना इन्हें काम खराब कर देना। कई बारी सानू ऐसा मान हो जाए कि मैं रोज़ गुरुद्वारे जाना, लै गवांढी तो जाता ही नहीं गा। वो भाई अंदरों गुप्ती पता नहीं किन्नी भगती करता हो, सानू की पता। इस करके अपनी संभाल तैनूं होर नाल की। कहो सतनाम श्री। भाव किसी दे प्रथाए सोचण की बजाय तू अपना ख्याल रख। और इस करके बचन इत्थे लिखे है कि भोरा भी मान ना आवे, ये काम गुरु आप करदा है। जिसनों आप जनाए सो जन जान, जिसै जनाए सो जन जाने, नानक हर गुण आख वखाणे। ये जपाउंदा भी आप है, सानू लैके भी गुरु घर च आप आउंदा है। क्योंकि तुहाडे अंदर पहला फुरना आया ना गुरु घर जाण दा, इहदा मतलब तुहानू प्रेरणा करके लैके आया। कहो सतनाम श्री। मेरे प्रीतम जी कहंदे
ਤੂੰ ਆਪੇ ਨਾਉ ਜਪਾਵਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਕਸੋਗ ਸਾ ਮੋਹ ਗਵਾਇਆ। ਤੇ ਜਦੋਂ ਗੁਰੂ ਦੀ ਮੱਤ ਲੈ ਕੇ ਇਹ ਸੱਚ ਨੂੰ ਗ੍ਰਹਿਣ ਕੀਤਾ, ਜਿਹੜੇ ਸੱਚ ਦੀ ਗੱਲ ਕਰ ਰਹੇ ਆਪਾਂ, ਇਹ ਗੁਰੂ ਦੀ ਮੱਤ ਨਾਲ ਹੀ ਪ੍ਰਾਪਤ ਹੁੰਦਾ। ਗੁਰਮਤੀ ਹਰ ਮਨ ਵਸਾਇਆ, ਹਰ ਕਸੋਗ ਸਭ ਮੋਹ ਗਵਾਇਆ। ਫਿਰ 5 ਵਿਕਾਰ ਜਿਹੜੇ ਸਾਨੂੰ ਹਰ ਕਸੋਗ, ਕਦੇ ਖੁਸ਼ੀ ਕਦੇ ਗਮੀ, ਕਦੇ ਮੋਹ ਕਦੇ ਵਿਕਾਰ, ਇਹ ਜਿਹੜੇ ਸਾਨੂੰ ਚਿੰਤਾ ਦੁੱਖ ਦਿੰਦੇ ਸੀਗੇ, ਉਹ ਪਾਤਸ਼ਾਹ ਨੇ ਖਤਮ ਕਰਤੇ। ਏਕਸ ਸਿਉ ਲਿਵ ਲਾਗੀ ਸਦ ਹੀ, ਇੱਕ ਦੇ ਨਾਲ ਜੁੜ ਗਏ। ਹਰ ਨਾਮ ਮਨ ਵਸਾਵਣਿਆ, ਤੇ ਉਹਦਾ ਨਾਮ ਜਿਹੜਾ ਆਪਣੇ ਹਿਰਦੇ ਵਿੱਚ ਵਸਾ ਲਿਆ। ਖੈਰ ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਆਪਾਂ ਅੱਜ ਦੇ ਪਵਿੱਤਰ ਦਿਹਾੜੇ 'ਤੇ ਵੀ ਵਿਚਾਰ ਕਰੀਏ। ਅੱਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਨੰਦੇੜ ਸਾਹਿਬ ਜਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਭਾਵ ਸਾਨੂੰ ਅਗਲੇ ਗੁਰੂ ਨਾਲ ਜੋੜੇ। ਜਿਸ ਵੇਲੇ ਗੁਰੂ ਪਿਆਰਿਓ ਸਿੱਖਾਂ ਨੇ ਦਮਦਮਾ ਸਾਹਿਬ ਤਲਵੰਡੀ ਬੈਠ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਨੂੰ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਸਾਨੂੰ ਗੁਰਬਾਣੀ ਦੇ ਅਰਥ ਸੁਣਾਓ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਕਿਹਾ ਸੀ ਜਦੋਂ ਵਿਹਲੇ ਜਿਹੇ ਹੋ ਕੇ ਜੰਗਾਂ ਯੁੱਧਾਂ ਤੋਂ ਫਿਰ ਸੁਣਾਵਾਂਗੇ। ਤਾਂ ਹੁਣ ਤਾਂ ਥੋੜ੍ਹਾ ਜੰਗ ਯੁੱਧ ਰੁਕ ਗਏ, ਮੁਕਤਸਰ ਤੋਂ ਬਾਅਦ ਜੰਗ ਨਹੀਂ ਹੋਇਆ। ਤਾਂ ਗੁਰੂ ਪਿਆਰਿਓ ਪਾਤਸ਼ਾਹ ਕਹਿੰਦੇ ਜਾਓ ਫਿਰ ਤੁਸੀਂ ਕਰਤਾਰਪੁਰ ਜਾਓ, ਧੀਰਮਲ ਦੇ ਕੋਲ ਨਾ ਗੁਰੂ ਗ੍ਰੰਥ ਸਾਹਿਬ ਹੈ, 5ਵੇਂ ਪਾਤਸ਼ਾਹ ਜੀ ਵਾਲਾ ਸਰੂਪ, ਉਹ ਲੈ ਕੇ ਆਓ। ਸਿੰਘਾਂ ਦਾ ਜਥਾ ਭੇਜਿਆ ਗਿਆ ਲੈਣ ਵਾਸਤੇ। ਜਾਂ ਧੀਰਮਲ ਨੂੰ ਜਾ ਕੇ ਬੇਨਤੀ ਕੀਤੀ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ, ਉਹ ਚਾਹੀਦਾ। ਧੀਰਮਲ ਕਹਿਣ ਲੱਗਾ ਕਿਉਂ? ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਮੰਗਵਾਇਆ ਹੈ, ਉਹਨਾਂ ਨੇ ਸਾਨੂੰ ਸਿੱਖਾਂ ਨੂੰ ਬਾਣੀ ਦੇ ਅਰਥ ਸਮਝਾਉਣੇ ਆ। ਧੀਰਮਲ ਕਹਿਣ ਲੱਗਿਆ ਇਹ ਤਾਂ ਸਾਡੇ ਬਾਬਿਆਂ ਦਾ, ਸਾਡੇ ਦਾਦਿਆਂ ਦਾ, ਭਾਵ 5ਵੇਂ ਪਾਤਸ਼ਾਹ ਨੇ ਲਿਖਿਆ ਸੀਗਾ। ਧੀਰਮਲ ਕਹਿੰਦਾ ਤਾਂ ਸਾਡੇ ਬਾਬੇ ਦਾ। ਸਿੱਖਾਂ ਨੇ ਕਿਹਾ ਉਹ ਵੀ ਤੁਹਾਡਾ ਬਾਬਾ ਹੀ ਹੈ, ਬਾਬਾ ਇੱਕੋ ਹੀ ਹੈ, ਦਸੇ ਗੁਰੂ ਇੱਕੋ ਹੀ ਹੈ, ਫਰਕ ਥੋੜ੍ਹਾ। ਕਹਿੰਦੇ ਨਾ। ਧੀਰਮਲ ਕਹਿੰਦਾ ਵੀ ਜੀ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲੇ, ਮੈਂ ਨਹੀਂ ਦੇਣਾ ਗ੍ਰੰਥ। ਉਹਨੇ ਗੁਰੂ ਗ੍ਰੰਥ ਸਾਹਿਬ ਨਾਂ ਦਿੱਤਾ। ਉੱਥੋਂ 5ਵੇਂ ਪਾਤਸ਼ਾਹ ਵਾਲਾ ਜੋ ਪਹਿਲਾ ਪ੍ਰਕਾਸ਼ ਹੋਇਆ ਸੀ, ਸਿੰਘ ਜਥਾ ਵਾਪਸ ਆ ਗਿਆ ਖਾਲੀ ਹੱਥ। ਕਹਿਣ ਲੱਗੇ ਪਾਤਸ਼ਾਹ ਜੀ ਨੂੰ ਮਹਾਰਾਜ ਦਿੰਦਾ ਨਹੀਂ, ਉਹ ਕਹਿੰਦਾ ਇਹ ਤਾਂ ਸਾਡੇ ਬਾਬੇ ਦਾ ਲਿਖਿਆ, ਜੇ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲੇ। ਅੱਛਾ ਬਸ ਫਿਰ ਆਪਾਂ ਨੂੰ ਉੱਥੋਂ ਹੁਕਮ ਤਾਂ ਆ ਗਿਆ ਨਾ, ਗੁਰੂ ਗ੍ਰੰਥ ਸਾਹਿਬ ਕੋਲੋਂ ਹੁਕਮ ਆ ਗਿਆ, ਚੱਲ ਆਪਾਂ ਆਪੇ ਲਿਖ ਲੈਂਦੇ ਹਾਂ। ਫਿਰ ਦਮਦਮਾ ਸਾਹਿਬ ਵਿਖੇ ਬੈਠ ਕੇ ਪਾਤਸ਼ਾਹ ਜੀ ਨੇ ਗੁਰਦੁਆਰਾ ਲਿਖਣਸਰ ਸਾਹਿਬ ਬੈਠ ਕਰਕੇ ਗੁਰੂ ਪਿਆਰੋ ਤੰਬੂ ਲਾਏ, ਔਰ ਇਸ ਸਥਾਨ 'ਤੇ ਬੈਠ ਕੇ ਰੋਜ਼ਾਨਾ ਗੁਰਬਾਣੀ ਲਿਖੀ ਜਾਂਦੀ, ਮੁੱਖੋਂ ਉਚਾਰਨ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਇਹ ਦੋ ਲਿਖਾਰੀ ਸਨ। ਦੀਪ ਸਿੰਘ ਜੀ ਸਾਰੀ ਤਿਆਰੀ ਕਰਦੇ, ਭਾਈ ਮਨੀ ਸਿੰਘ ਲਿਖਤ ਕਰਦੇ। ਅਤੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਲਗਭਗ 9-10 ਮਹੀਨਿਆਂ ਦੇ ਵਿੱਚ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲਿਖ ਦਿੱਤੀ, ਔਰ ਜਿਹੜੀ ਸੁਬਾਹ ਲਿਖੀ ਜਾਂਦੀ, ਸ਼ਾਮ ਨੂੰ ਇਹਦੇ ਅਰਥ ਕੀਤੇ ਜਾਂਦੇ। ਇਸ ਤਰ੍ਹਾਂ ਸੰਗਤਾਂ ਨੂੰ ਅਰਥ ਸੁਣਾਉਂਦੇ ਰੋਜ਼ਾਨਾ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਹੋਰਾਂ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਇਸ ਬਾਣੀ ਦੇ ਉਤਾਰੇ ਕਰੋ। ਉਹਨਾਂ ਨੇ ਇਸ ਬਾਣੀ ਦੇ ਫਿਰ ਅੱਗੇ 4 ਉਤਾਰੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸਰੂਪ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਲੈ ਗਏ। ਉਹਨੂੰ ਸਫਰੀ ਬੀੜ ਕਹਿੰਦੇ ਆ, ਛੋਟਾ ਸਰੂਪ। ਉਹ ਸਰੂਪ ਨਾਲ ਲੈ ਗਏ ਅਤੇ ਚਲਦੇ ਚਲਦੇ, ਯਾਤਰਾ ਤਾਂ ਬੜੀ ਲੰਮੀ ਆ, ਨੰਦੇੜ ਸਾਹਿਬ ਪਹੁੰਚ ਗਏ। ਜਿਸ ਥਾਂ 'ਤੇ ਅੱਜ ਗੁਰਦੁਆਰਾ ਸਾਹਿਬ ਹੈ ਹਜ਼ੂਰ ਸਾਹਿਬ ਨਾਂਦੇੜ, ਤਾਂ ਗੁਰੂ ਪਿਆਰੇ ਉਸ ਸਥਾਨ 'ਤੇ ਤੰਬੂ ਲਾਏ ਗਏ। ਉਸ ਥਾਂ ਦੇ ਉੱਤੇ ਉਤਾਰਾ ਕੀਤਾ। ਉਹਨਾਂ ਜ਼ਮੀਨਾਂ ਦੇ ਮਾਲਕਾਂ ਨੇ ਕਿਹਾ ਵੀ ਤੁਸੀਂ ਕੌਣ ਹੋ, ਇੱਥੇ ਕਿਵੇਂ ਆ ਕੇ ਕਬਜ਼ਾ ਕਰ ਲਿਆ, ਤੁਸੀਂ ਕਿਤੇ ਹੋਰ ਜਾਓ। ਬਾਦਸ਼ਾਹ ਕਹਿਣ ਲੱਗੇ ਸਾਡਾ ਇਲਾਕਾ ਹੈ। ਉਹ ਕਹਿੰਦੇ ਤੁਹਾਡਾ ਕਿਵੇਂ ਇਲਾਕਾ ਹੈ? ਅਤੇ ਉਸ ਵੇਲੇ ਗੋਦਾਵਰੀ ਦੇ ਸਥਾਨ 'ਤੇ ਬੈਠੇ ਸੀ ਪਾਤਸ਼ਾਹ। ਕਹਿੰਦੇ ਅਸੀਂ ਆਪਣੀ ਨਿਸ਼ਾਨੀ ਦੱਸ ਦਿੰਦੇ ਹਾਂ। ਉਹ ਕਹਿਣ ਲੱਗੇ ਵੀ ਮਹਾਰਾਜ ਅਸੀਂ ਸਾਡੀਆਂ ਜ਼ਮੀਨਾਂ ਸਾਡੇ ਨੌਨ, ਇਸ ਕਰਕੇ ਸਾਡਾ ਕਬਜ਼ਾ ਹੈ, ਸਾਡਾ ਸਥਾਨ ਹੈ। ਪਰ ਗੁਰੂ ਪਾਤਸ਼ਾਹ ਕਹਿਣ ਲੱਗੇ ਸਾਡਾ ਤਾਂ ਇਹ ਸਰਯੁਗ ਦੇ ਵੇਲੇ ਦਾ ਸਥਾਨ ਹੈ। ਅਤੇ ਉਹਨਾਂ ਨੇ ਗੁਰੂ ਪਿਆਰਿਓ ਗੋਦਾਵਰੀ ਤੋਂ ਇੱਕ ਤੀਰ ਛੱਡਿਆ ਕਹਿੰਦੇ, ਅਤੇ ਉਹ ਤੀਰ ਆ ਕੇ ਜਿੱਥੇ ਹਰਿਮੰਦਰ ਸਾਹਿਬ ਹਜ਼ੂਰ ਸਾਹਿਬ ਸਥਾਨ ਹੈ ਉੱਥੇ ਆ ਕੇ ਖੁੱਭਿਆ। ਅਤੇ ਉੱਥੋਂ ਕਹਿੰਦੇ ਥਾਂ ਪੱਟੋ। ਉੱਥੋਂ ਜਾਂ ਥਾਂ ਪੱਟਿਆ ਅਤੇ ਉੱਥੋਂ
ਇੱਕ ਪੁਰਾਣਾ ਸਮੇਂ ਦਾ ਕਹਿੰਦੇ ਧੂਣਾ ਨਿਕਲਿਆ, ਜਿੱਥੇ ਬੈਠ ਕੇ ਪੁਰਾਣੇ ਸਮੇਂ 'ਚ ਤਪੱਸਿਆ ਭਜਨ ਬੰਦੀ ਕੀਤੀ। ਸਾਡੇ 3 ਯੁੱਗ ਤਪੱਸਿਆ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਕਹੋ ਸਤਨਾਮ ਸਿੰਘ ਲਗਾਤਾਰ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਉੱਥੋਂ ਧੂਣਾ ਕੱਢਿਆ ਪਾਉਂਦੇ। ਸਾਡੀ ਨਿਸ਼ਾਨੀ ਹੈ ਇੱਥੇ, ਇਹ ਸਤਿਯੁਗ ਦਾ ਸਾਡਾ ਸਥਾਨ ਹੈ। ਖੈਰ ਚਲੋ ਉੱਥੇ ਪਾਤਸ਼ਾਹ ਨੇ ਆਸਣ ਲਾ ਲਏ, ਸਮਾਂ ਬਤੀਤ ਹੁੰਦਾ ਗਿਆ। ਬੰਦਾ ਸਿੰਘ ਬਹਾਦਰ ਨੂੰ ਵੀ ਉੱਥੋਂ ਹੀ ਤਿਆਰ ਕੀਤਾ। ਜਿਸ ਵੇਲੇ ਬੰਦਾ ਸਿੰਘ ਬਹਾਦਰ ਅੱਜ ਸਤਿਗੁਰਾਂ ਦੇ ਕੋਲ ਬੈਠਾ, ਅਤੇ ਸਤਿਗੁਰਾਂ ਨੇ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਬਣਾਇਆ ਖਾਲਸਾ ਜੀ ਦਾ, ਸਿੱਖ ਸੰਗਤਾਂ ਦਾ। ਔਰ ਜਥੇਦਾਰ ਬਣਾ ਕਰਕੇ ਉਹਨਾਂ ਨੂੰ ਇੱਕ ਸ੍ਰੀ ਸਾਹਿਬ ਦਿੱਤੀ, ਤਲਵਾਰ ਦਿੱਤੀ, ਬਈ ਤੁਸੀਂ ਪੰਜਾਬ ਵੱਲ ਜਾਓ ਅਤੇ ਜਿਨ੍ਹਾਂ ਦੁਸ਼ਟਾਂ ਨੇ ਅਣਹੱਕੇ ਲੋਕਾਂ ਨੂੰ ਮਾਰਿਆ, ਸਿੱਖਾਂ ਨੂੰ ਮਾਰਿਆ, ਕਤਲੇਆਮ ਕੀਤੇ ਹੈ, ਇਹਨਾਂ ਦਾ ਖਾਤਮਾ ਕਰੋ। ਜਿਸ ਵੇਲੇ ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਸਾਹਿਬ ਫੜਾਈ ਨਾ, ਵਿੱਚ ਜਿਹੜੇ ਸਿੰਘ ਸੀਗੇ ਪਾਤਸ਼ਾਹ ਦੇ ਕੋਲ ਤਿਆਰ ਪਰ ਤਿਆਰ, ਉਹਨਾਂ ਨੇ ਸ੍ਰੀ ਸਾਹਿਬ ਫੜ ਲਈ। ਕਹਿੰਦੇ ਇਹ ਤਾਂ ਤੁਸੀਂ ਸਾਨੂੰ ਦਿੱਤੀ ਆ ਮਹਾਰਾਜ, ਤੁਸੀਂ ਇਸ ਨੂੰ ਕਿਉਂ ਦਿੰਦੇ ਹੋ? ਇਹ ਕਿ ਤੁਸੀਂ ਇਸ ਨੂੰ ਗੁਰੂ ਬਣਾ ਰਹੇ ਹੋ? ਪਾਤਸ਼ਾਹ ਕਹਿੰਦੇ ਨਹੀਂ ਨਹੀਂ, ਇਹ ਗੁਰੂ ਨਹੀਂ, ਇਹ ਜਰਨੈਲ ਹੈ ਕੌਮ ਦਾ। ਕਹੋ ਸਤਨਾਮ ਸਿੰਘ, ਇਹ ਕੌਮ ਦਾ ਜਰਨੈਲ ਹੈ, ਇਹਨੇ ਜਾ ਕੇ ਉਹਨਾਂ ਵਜੀਦੇ ਵਰਗੇ ਦੁਸ਼ਟਾਂ ਦਾ ਖਾਤਮਾ ਕਰਨਾ। ਫਿਰ ਪਾਤਸ਼ਾਹ ਨੇ ਆਪਣੇ ਕੋਲੋਂ 5 ਤੀਰ ਦਿੱਤੇ ਬੰਦਾ ਸਿੰਘ ਬਹਾਦਰ ਨੂੰ, ਔਰ 5 ਤੀਰ, 5 ਸਿੰਘ, 5 ਘੋੜੇ, ਇਹ ਸਾਰਾ ਜਥਾ ਬਣਾ ਕਰਕੇ ਪਾਤਸ਼ਾਹ ਨੇ ਉੱਥੋਂ ਤੋਰਿਆ। ਡਿਊਟੀ ਲਾਈ ਬਈ ਤੂੰ ਜਾਣਾ ਪੰਜਾਬ ਨੂੰ, ਅਤੇ ਪੰਜਾਬ ਦੇ ਵਿੱਚ ਬੜਾ ਕਤਲੇਆਮ ਹੋ ਰਿਹਾ, ਜਿਹੜਾ ਤੂੰ ਕਹਿੰਦਾ ਸੀ ਮੇਰੇ ਡੇਰੇ ਦੇ ਵਿੱਚ ਕਤਲ ਕਰ ਦਿੱਤੇ ਜਾਨਵਰ। ਕਹਿੰਦੇ ਤੂੰ ਵੇਖੋ ਪੰਜਾਬ ਦੀ ਧਰਤੀ ਲਾਲ ਹੋਈ ਪਈ ਹੈ ਸਾਰੀ। ਇਸ ਤਰ੍ਹਾਂ ਇਹਦੇ ਅੰਦਰੋਂ ਉਹ ਸੂਰਬੀਰਤਾ ਨੂੰ ਜਗਾਇਆ, ਯੋਧਾ ਬਣਾਇਆ ਇਸ ਨੂੰ ਬੰਦਾ ਸਿੰਘ ਬਹਾਦਰ, ਜੋ ਪਹਿਲਾਂ ਇੱਕ ਸਾਧ ਬਣਿਆ ਫਿਰਦਾ ਸੀਗਾ। ਤਾਂ ਗੁਰੂ ਪਿਆਰਿਓ ਰਾਜਿਆਂ ਦਾ ਪੁੱਤਰ ਸੀ, ਪਿੱਛੋਂ ਇਹ ਰਾਜਕੁਮਾਰ ਸੀਗਾ, ਮਾਂ ਪਿਓ ਸਿਰ ਤੋਂ ਗੁਜ਼ਰ ਗਿਆ ਸੀਗਾ, ਇਸ ਕਰਕੇ ਇਹ ਅਨਾਥ ਹੋ ਗਿਆ ਸੀ। ਇਸ ਅਨਾਥ ਨੂੰ ਸਾਧੂ ਲੈ ਕੇ ਮੁੜ ਕੇ ਉਹਨਾਂ ਦੀ ਸੰਗਤ ਵਿੱਚ ਉਹੋ ਜਿਹਾ ਹੋ ਗਿਆ ਸੀ। ਅੱਜ ਗੁਰੂ ਸਾਹਿਬ ਦੀ ਸੰਗਤ ਹੋਈ ਅਤੇ ਯੋਧਾ ਬਣ ਗਿਆ। ਸਿੱਖਾਂ ਨੇ ਕਿਹਾ ਫਿਰ ਸਾਡਾ ਗੁਰੂ ਕੌਣ ਹੈ? ਪਾਤਸ਼ਾਹ ਕਹਿੰਦੇ ਤੁਹਾਨੂੰ ਦੱਸਾਂਗੇ ਗੁਰੂ ਵੀ ਕੌਣ ਹੈ। ਤਾਂ ਅਗਲੇ ਦਿਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਦੀਵਾਨ ਸਜਿਆ ਸੁਬਾਹ ਦਾ, ਸਾਰੇ ਸਿੱਖ ਸੰਗਤਾਂ ਬੈਠੀਆਂ, ਸਿੰਘ ਬੈਠੇ, ਲਓ ਸਿੱਖੋ ਅੱਜ ਮੈਂ ਤੁਹਾਨੂੰ ਦੱਸਦਾ ਤੁਹਾਡਾ ਗੁਰੂ ਕੌਣ ਹੈ। ਆਪ ਜੀ ਨੇ ਚੱਲ ਰਹੀ ਰੀਤ ਮਰਜ਼ਾਦਾ ਮੁਤਾਬਕ 5 ਪੈਸੇ ਨਾਰੀਅਲ ਲੈ ਕੇ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, ਮੂਰਤੀ ਹੋ ਕੇ, ਜਿੱਥੇ ਆਪ ਜੀ ਟੇਕਦੇ ਹੋ, ਇੱਥੋਂ ਮੱਥਾ ਟੇਕਿਆ, ਨਮਸਕਾਰ ਕੀਤੀ। ਫਿਰ ਪਾਤਸ਼ਾਹ ਜੀ ਨੇ ਤਾਬਿਆ ਆ ਕੇ ਸੰਸਾਰ ਨੂੰ, ਸਿੱਖ ਸੰਗਤਾਂ ਨੂੰ, ਸਾਨੂੰ ਸਭ ਨੂੰ ਹੁਕਮ ਦਿੱਤਾ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਲੇ। ਇਹ ਸ਼ਬਦ ਹੀ ਗੁਰੂ ਸੀਗਾ ਅਸਲ ਵਿੱਚ। ਲੋਕਾਂ ਨੂੰ ਪਤਾ ਨਹੀਂ ਸੀ, ਲੋਕ ਸਰੀਰਾਂ ਨਾਲ ਜੁੜ ਜਾਂਦੇ ਸੀ ਗਿਆਨ ਲੈ ਕੇ, ਕਿਸੇ ਤੋਂ ਗਿਆਨ ਲੈਂਦੇ ਉਹਦੀ ਬਾਡੀ ਨਾਲ ਜੁੜ ਜਾਂਦੇ, ਗਿਆਨ ਨੂੰ ਫਿਰ ਭੁੱਲ ਜਾਂਦੇ, ਵਿਸਰ ਜਾਂਦੇ। ਅਤੇ ਅੱਜ ਮੇਰੇ ਪ੍ਰੀਤਮ ਜੀ ਕਹਿੰਦੇ ਅਸਲ ਵਿੱਚ ਸਿੱਖੋ ਸ਼ਬਦ ਗੁਰੂ ਹੈ। ਦੇਖੋ ਪੜ੍ਹੋ ਨਾ ਬਾਬੇ ਨਾਨਕ ਦੀ ਬਾਣੀ, ਜਦ ਗੋਰਖਨਾਥ ਪੁੱਛਦਾ ਕਹੋ ਬਾਲੇ ਕਵਨ ਗੁਰੂ ਕਿਸ ਕਾ ਤੂੰ ਚੇਲਾ, ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਫਿਰ ਸ਼ਬਦ ਇਕੱਠਾ ਹੁੰਦਾ ਰਿਹਾ, ਸ਼ਬਦ ਰਚਨਾ ਹੁੰਦੀ ਰਹੀ, ਬਾਣੀ ਉਤਰਦੀ ਰਹੀ, ਬਾਣੀ ਨੂੰ ਨੋਟ ਕੀਤਾ ਜਾਂਦਾ ਰਿਹਾ। 4 ਪੋਥੀਆਂ ਗੁਰੂ ਅਮਰਦਾਸ ਜੀ ਦੇ ਪੁੱਤਰ ਦੇ ਕੋਲ ਪਈਆਂ ਸਨ, ਬਾਬਾ ਮੋਹਨ ਜੀ ਕੋਲ। ਜਦੋਂ ਪਤਾ ਲੱਗਿਆ ਕਿ ਬਾਣੀ ਵਿੱਚ ਮਿਲਾਵਟ ਹੋਣੀ ਸ਼ੁਰੂ ਹੋ ਗਈ, ਲੋਕ ਆਪਣੀ ਮਨਮਰਜ਼ੀ ਦੇ ਨਾਲ ਸ਼ਬਦ ਲਿਖਦੇ ਆ, ਵਿੱਚ ਨਾਨਕ ਪਾ ਦਿੰਦੇ ਆ। ਮਿਹਰਬਾਨ ਪੁੱਤਰ ਪ੍ਰਿਥੀ ਦਾ ਤਿੰਨਪੀ ਬਾਣੀ ਬਹੁਤ ਬਣਾਈ, ਭੋਗ ਸ਼੍ਰੀ ਨਾਨਕ ਕਾ ਪਾਈ। ਭੋਗ ਦਾ ਮਤਲਬ ਸਮਾਪਤੀ। ਤਾਂ ਭਾਈ ਗੁਰਦਾਸ ਨੂੰ ਪਤਾ ਲੱਗਿਆ, ਉਹਨਾਂ ਨੇ 5ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ। 5ਵੇਂ ਪਾਤਸ਼ਾਹ ਕਹਿੰਦੇ ਆਪਾਂ ਸਾਰੀ ਬਾਣੀ ਇਕੱਤਰ ਕਰ ਦਿੰਦੇ ਹਾਂ, ਫਿਰ ਕਿਵੇਂ ਮਿਲਾਵਟ ਹੋ ਜੂ ਇਹਦੇ 'ਚ। ਤੋਂ 4 ਪੋਥੀਆਂ ਲਿਆਂਦੀਆਂ ਗਈਆਂ, ਆਪਣੀ ਬਾਣੀ ਵੀ ਉਚਾਰਨ ਕੀਤੀ, ਅਤੇ 5ਵੇਂ ਪਾਤਸ਼ਾਹ ਨੇ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਕਰ ਦਿੱਤਾ, ਔਰ ਆਪ ਤਾਬਿਆ ਬੈਠਣ ਲੱਗੇ। ਇੱਥੋਂ ਤੱਕ ਕਿ ਗੁਰਦੁਆਰਾ ਕੋਠੜੀ ਸਾਹਿਬ, ਜਿਹੜਾ ਕਿ ਅੱਜ ਸੱਚਖੰਡ ਹੈ ਅਕਾਲ ਤਖਤ ਦੇ ਵਿੱਚ, ਉਸ ਕੋਠੜੀ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਆਪ ਪਲੰਘੇ ਦੇ ਹੇਠਾਂ ਚਾਦਰ ਵਿਛਾ ਕੇ ਆਰਾਮ ਕਰਦੇ ਰਹੇ। ਆ ਮੁੜ ਕੇ ਉੱਥੇ ਪਲੰਘੇ 'ਤੇ ਨਹੀਂ ਬੈਠੇ। ਕੋ ਸਤਨਾਮ ਸ੍ਰੀ, ਕਿਉਂਕਿ ਗੁਰੂ ਇੱਕੋ ਹੀ ਰਿਹਾ। ਉਹਨਾਂ ਨੇ 5ਵੇਂ ਪਾਤਸ਼ਾਹ ਨੇ ਸ਼ਬਦ ਗੁਰੂ ਨੂੰ ਗੱਦੀ 'ਤੇ ਬਿਠਾਤਾ ਸੀਗਾ, ਭਾਵੇਂ ਕਿ ਇਹਨਾਂ ਦੀ ਤਾਬਿਆ ਹਰਗੋਬਿੰਦ ਸਾਹਿਬ ਨੂੰ ਕਰ ਦਿੱਤਾ। ਫਿਰ ਕੋ ਸਤਨਾਮ ਸ੍ਰੀ। ਅੱਗੇ ਗੁਰੂ ਆਉਂਦੇ ਰਹੇ, 10ਵੇਂ ਪਾਤਸ਼ਾਹ ਦਾ ਗੱਲ ਪਹੁੰਚੀ
तो अज 10वें पातशाह जी ने संपूर्णता करके जिथे वो सारी बाणी भी चढ़ा दी, उत्थे 9वें पातशाह की बाणी भी चढ़ानी सी, विच वो भी चढ़ाई। इनू संपूर्णता दिवस कहने आ, जो आप दमदमा साहिब तलवंडी मनाने आ। पहला गुरगद्दी गुरता प्रकाश जिहड़ा है वो आप हरमंदिर साहब मनाने आ, तो गुरता गद्दी दिवस जिहड़ा अज दिहाड़ा चल रहा है, ये दिन आप नांदेड़ साहब विखे मनाते हाँ। इस करके अज का जो दिहाड़ा है, धन गुरु गोबिंद सिंह महाराज जी ने फिर हुक्म दिता सारिਆਂ ਨੂੰ, शुरू तो ही शब्द गुरु है। बाणी विच पढ़ोगे आप, शब्दे धरती शब्दे आकाश, शब्द है शब्द भया प्रकाश, सगल समगरी शब्द के पाछ है, नानक शब्द घटै घटे आछ है। कबीर साहब जी का बचन है, शब्द को चीन पाई शब्द को खोज पाई, शब्द के चानने एक वस्त पाई, शब्द ना जाने से अन्ने बोले, गुरबाणी का बचन है। से केते आए संसारा, इस करके शब्द तो आप सारे बने आ। सब तो पहला शब्द होया, कीता पसाओ एको कवाओ। साइंस कहती खड़का होया, दूजे धर्मां लोग कहते लगोस होया, आयत होया। गुरु नानक पातशाह कहते नहीं, शब्द होया। कहो सब शब्द होया, कीता पसाओ एको कवाओ, तिसते होए लख दरियाओ। परमेश्वर कल्ला ही बैठा सी, अपने आपे विच समाया होया। एक दिन अंदर फुरना पैदा होया, मेरे वर्गे होर भी होण, कहना हो जा, तो उत्थों ही ये सृष्टि बननी शुरू हो गई। कहो सतनाम, आप सारे बन गए। शब्दे धरती शब्दे आकाश, शब्द शब्द भया प्रकाश, सगल समगरी शब्द के पाछ है। पहला शब्द बनया, फिर दुनिया बनी। नानक शब्द घटे घटे आछा। खैर विचारा इत्थे रोकदे हैं। इसी पवित्र शब्द के विचार ते अज दे दिहाड़े ते संखेप विचार जो आपने सरवण की, बोलदे ने का अखर बाद काट हो जाते। सिख संगतां ते सतगुरु बख्शण योग है, बख्श लेना जी। समाप्ति करिए। रहिंदे शब्द के विचार आप कल के दीवान भी सरवण करांगे। भगत रंग राते सदा तेरा चाहे, नौ निध नाम वसिया मन आए, पूरे भाग सतगुर पाया, शब्द है मेल मिलावने आ। ये रहिंदे चार पदे कल नूं सरवण करांगे। आओ समाप्ति करिए। रोकण की आग्या बख्शो। बोलदियां ने का अखर बाद काट हो जाते। सिख संगतां ते सतगुरु बख्शण योग है, बख्श लेना जी। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।